ਖਾਲਸਾ ਰਾਜ ਦੇ ਪਹਿਲੇ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ, ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ ਦਾ ਸਮੁੱਚਾ ਜੀਵਨ ਜਿਹੜਾ ਹੈ, ਸਮੁੱਚੇ ਜੀਵਨ ਇਤਿਹਾਸ ਤੇ ਵਿਚਾਰ ਕਰੀਏ ਤੇ ਬਹੁਤ ਸਮਾਂ ਲੱਗ ਜਾਂਦਾ ਹੈ, ਪਰ ਅੱਜ ਆਪਾਂ ਕੇਵਲ ਉਹਨਾਂ ਦੀ ਸ਼ਹਾਦਤ ਦਾ ਪ੍ਰਸੰਗ ਆਪ ਨਾਲ ਸਾਂਝਾ ਕਰਨਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਜਿਹੜੀ ਹੈ ਉਹ ਕਿਵੇਂ ਹੋਈ। ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਸਿੱਖ ਰਾਜ ਦੇ ਪਹਿਲੇ ਜਰਨੈਲ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਬਖਸ਼ਿਸ਼ਾਂ ਲੈ ਕਰਕੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਹਜੂਰ ਸਾਹਿਬ ਤੋਂ ਪੰਜਾਬ ਦੀ ਧਰਤੀ ਤੇ ਆਏ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਬਹੁਤ ਸਾਰੇ ਸਿੱਖ ਜਿਹੜੇ ਨੇ ਜੁੜਦੇ ਗਏ। ਇੱਕ ਬਹੁਤ ਵੱਡੀ ਫੌਜ ਤਿਆਰ ਹੋ ਗਈ। ਗੁਰੂ ਦੀਆਂ ਰਹਿਮਤਾਂ ਦੇ ਸਦਕਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ, ਸਢੌਰਾ, ਕਪੂਰੀ ਨੂੰ ਜਿੱਥੇ ਫਤਿਹ ਕੀਤਾ, ਉੱਥੇ ਗੁਰੂ ਮਾਰੀ ਸਰਹੰਦ ਜਿਹੜੀ ਹੈ ਉਹਨੂੰ ਵੀ ਫਤਿਹ ਕੀਤਾ। ਸਰਹੰਦ ਦੇ ਉੱਪਰ ਵੀ ਕੇਸਰੀ ਨਿਸ਼ਾਨ ਸਾਹਿਬ ਚੁਲਾ ਦਿੱਤੇ। ਵਜ਼ੀਰ ਖਾਂ ਪਾਪੀ ਨੂੰ ਸੋਧਿਆ ਤੇ ਹੋਰ ਵੀ ਜਿਨ੍ਹਾਂ ਨੇ ਗੁਰੂ ਕਾਲ ਦੇ ਸਮੇਂ ਜ਼ੁਲਮ ਢਾਏ ਸਨ, ਉਹਨਾਂ ਸਾਰਿਆਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਸਿੱਖ ਰਾਜ ਸਥਾਪਿਤ ਕੀਤਾ ਗਿਆ। ਲੋਹਗੜ੍ਹ ਦਾ ਕਿਲ੍ਹਾ ਸਿੱਖ ਰਾਜ ਦੀ ਰਾਜਧਾਨੀ ਬਣਿਆ। 6 ਸਾਲ ਦਾ ਐਸਾ ਸਮਾਂ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਪੰਜਾਬ ਦੀ ਧਰਤੀ ਤੇ ਆਪਣੇ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਜਿਹੜੀ ਹੈ ਉਹ ਨਹੀਂ ਰੁਕਣ ਦਿੱਤੀ। ਹਰ ਸਮੇਂ ਫੌਜਾਂ ਤਿਆਰ ਬਰ ਤਿਆਰ ਰਹਿੰਦੀਆਂ। ਬਹੁਤ ਸਾਰੇ ਜੰਗ ਯੁੱਧ ਹੋਏ ਜਿਨ੍ਹਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਮਿਹਰ ਦੇ ਸਦਕਾ ਸਿੱਖਾਂ ਨੂੰ ਫਤਿਹ ਮਿਲੀ। ਜਦੋਂ ਖਾਲਸੇ ਰਾਜ ਦੀ ਸਥਾਪਨਾ ਕੀਤੀ, ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਸਿੱਕਾ ਜਾਰੀ ਕੀਤਾ ਜਿਹਦੇ ਉੱਪਰ ਲਿਖੀ ਹੋਈ ਇਬਾਰਤ ਜਿਹੜੀ ਹੈ ਉਹਦੇ ਤੋਂ ਸਪਸ਼ਟ ਹੁੰਦਾ ਸੀ ਕਿ ਦੇਗ ਅਤੇ ਤੇਗ ਦੇ ਵਿੱਚ ਜੇ ਖਾਲਸੇ ਨੂੰ ਫਤਿਹ ਮਿਲੀ ਹੈ ਤਾਂ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੇ ਨਾਲ ਮਿਲੀ ਹੈ। ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਯਾਫਤਾ ਜ ਨਾਨਕ ਗੁਰੂ ਗੋਬਿੰਦ ਸਿੰਘ। ਇਹ ਵਡਿਆਈ, ਇਹ ਮਾਣ ਗੁਰੂ ਸਾਹਿਬਾਨਾਂ ਨੂੰ ਬਖਸ਼ਿਸ਼ ਕੀਤਾ। ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੇ ਨਾਲ ਖਾਲਸੇ ਨੂੰ ਫਤਿਹ ਮਿਲੀ ਹੈ। ਇਹ ਬਹੁਤ ਇੱਕ ਐਸਾ ਸਮਾਂ ਸੀ ਜਿਸ ਵੇਲੇ ਪੰਜਾਬ ਦਾ ਗਵਰਨਰ ਜਿਹੜਾ ਹੈ ਉਹ ਜਿਸ ਨੂੰ ਦਲੇਰੇ ਜੰਗ ਦੀ ਉਪਾਧੀ ਮਿਲੀ ਹੋਈ ਸੀ, ਅਬਦੁਲ ਸਮਦ ਖਾਂ ਸੀ। ਇਹਦਾ ਪੁੱਤਰ ਜਿਹੜਾ ਜ਼ਕਰੀਆ ਹੈ ਉਹ ਕਸ਼ਮੀਰ ਦਾ ਗਵਰਨਰ ਲਾਇਆ ਹੋਇਆ ਤੇ ਦਿੱਲੀ ਦੀ ਧਰਤੀ ਤੇ ਫਰਖਸੀਅਰ ਬਾਦਸ਼ਾਹ ਦੀ ਬਾਦਸ਼ਾਹਤ ਚਲਦੀ ਹੈ। ਦਿੱਲੀ ਦਾ ਸੈਨਾਪਤੀ ਜਿਹੜਾ ਹੈ ਉਹ ਮੀਰ ਕਮਰੁਦੀਨ ਆਤਿਸ਼ ਹੈ ਤੇ ਦਿੱਲੀ ਦੇ ਅੰਦਰ ਸਰਬਰਾਖਾ ਫੌਜਦਾਰ ਹੈ। ਇਹਨਾਂ ਸਾਰਿਆਂ ਦਾ ਜ਼ੋਰ ਲੱਗਾ ਹੋਇਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਵੇਂ ਨਾ ਕਿਵੇਂ ਗ੍ਰਿਫਤਾਰ ਕਰੀਏ, ਇਹਦੀ ਵੱਧ ਰਹੀ ਸ਼ਕਤੀ ਨੂੰ ਰੋਕ ਦਈਏ। ਕਹਿਣ ਲੱਗੇ ਉਧਰ ਬਹਾਦਰ ਸ਼ਾਹ ਜਿਹੜਾ ਹੈ ਬਾਬਾ ਬੰਦਾ ਸਿੰਘ ਬਹਾਦਰ ਤੋਂ ਇੰਨਾ ਡਰਿਆ ਭੈ ਭੀਤ ਹੋਇਆ, ਆਖਰੀ ਸਮੇਂ ਉਹ ਪਾਗਲ ਹੋ ਕੇ ਮਰਿਆ। ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਨੇ ਤੇ ਜਦੋਂ ਮੁਗਲ ਫੌਜਾਂ ਨੂੰ ਪਤਾ ਲੱਗਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਘੇਰਾ ਪਾਇਆ ਗਿਆ, ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰਦਾਸ ਨੰਗਲ ਗੜ੍ਹੀ ਦੀ ਸ਼ਰਨ ਲਈ। ਕਹਿੰਦੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਿੰਘਾਂ ਸਮੇਤ ਗੁਰਦਾਸ ਨੰਗਲ ਦੀ ਗੜ੍ਹੀ ਦੇ ਸ਼ਰਨ ਵਿੱਚ ਗਏ, ਗੜ੍ਹੀ ਦੇ ਵਿੱਚੋਂ ਮੁਕਾਬਲੇ ਕਰਦੇ ਰਹੇ। ਕਹਿੰਦੇ ਇਹ ਸਮਾਂ ਲੰਘਦਾ ਗਿਆ। ਜਿਸ ਤਰ੍ਹਾਂ ਕਿਸੇ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਵਾਸਤੇ ਪਹਾੜੀ ਫੌਜਾਂ ਤੇ ਮੁਗਲਾਂ ਨੇ ਰਲ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ 8 ਮਹੀਨੇ ਘੇਰਾ ਪਾ ਕੇ ਰੱਖਿਆ ਸੀ, ਬਿਲਕੁਲ ਉਹੋ ਹੀ ਪ੍ਰਸਥਿਤੀਆਂ ਇੱਥੇ ਬਣੀਆਂ ਨੇ
ਇੱਥੇ ਵੀ ਲਗਭਗ 8 ਮਹੀਨੇ ਘੇਰਾ ਪਿਆ ਰਿਹਾ। 8 ਮਹੀਨੇ ਦਾ ਲੰਮਾ ਘੇਰਾ ਪਿਆ ਰਿਹਾ। 8 ਮਹੀਨੇ ਦੇ ਘੇਰੇ ਦਰਮਿਆਨ ਬਾਬਾ ਬੰਦਾ ਸਿੰਘ ਬਹਾਦਰ ਦੇ ਜਿੰਨੇ ਵੀ ਸਾਥੀ ਸਨ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ, ਕਿਉਂਕਿ ਭੁੱਖ ਬਹੁਤ ਜ਼ਿਆਦਾ ਵੱਧ ਗਈ। ਖਾਣ ਨੂੰ ਕੁਝ ਨਹੀਂ, ਦਰਖਤਾਂ ਦੇ ਪੱਤੇ ਛਿੱਲਾਂ ਤੱਕ ਵੀ ਸਿੰਘਾਂ ਨੇ ਖਾ ਕੇ ਗੁਜ਼ਾਰਾ ਕੀਤਾ। ਉਸ ਸਮੇਂ ਬਾਬਾ ਵਿਨੋਦ ਸਿੰਘ ਉਹਨਾਂ ਦੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਕਿਸੇ ਗੱਲ ਕਰਕੇ ਅਣਬਣ ਹੋ ਗਈ। ਉਹ ਸਾਥ ਛੱਡ ਕੇ ਚਲੇ ਗਏ, ਪਰ ਬਾਬਾ ਬੰਦਾ ਸਿੰਘ ਬਹਾਦਰ ਸਿੰਘਾਂ ਸਮੇਤ ਗੜ੍ਹੀ ਦੇ ਵਿੱਚ ਡਟੇ ਰਹੇ। ਆਖਰ ਦਸੰਬਰ ਦਾ ਮਹੀਨਾ ਆਇਆ ਜਦੋਂ ਬਹੁਤ ਜ਼ਿਆਦਾ ਠੰਡ ਸੀ। 8-9 ਦਸੰਬਰ ਨੂੰ ਇਸ ਠੰਡ ਦੇ ਮੌਸਮ ਦੇ ਅੰਦਰ ਜਦੋਂ ਗੜ੍ਹੀ ਦੇ ਉੱਪਰ ਫੌਜਾਂ ਨੇ ਹਮਲਾ ਕੀਤਾ ਤੇ ਤਕਰੀਬਨ 60,000 ਦੇ ਕਰੀਬ ਮੁਗਲ ਫੌਜ ਤੇ ਪਹਾੜੀ ਹਿੰਦੂ ਰਾਜਿਆਂ ਦੀਆਂ ਫੌਜਾਂ ਸ਼ਾਮਲ ਸਨ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ। 300 ਦੇ ਕਰੀਬ ਸਿੰਘਾਂ ਨੂੰ ਮੌਕੇ ਤੇ ਕਤਲ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਬਹੁਤ ਵੱਡਾ ਖਜ਼ਾਨਾ ਹੋਣ ਦਾ ਭਰਮ ਜਿਹੜਾ ਹੈ ਉਹ ਮੁਗਲਾਂ ਨੂੰ ਸੀ। ਗੜ੍ਹੀ ਦਾ ਚੱਪਾ ਚੱਪਾ ਛਾਣਿਆ ਗਿਆ ਪਰ ਕੋਈ ਖਜ਼ਾਨਾ ਨਹੀਂ ਮਿਲਿਆ। ਕਹਿਣ ਲੱਗੇ ਕਿਤੇ ਜਿਹੜੀਆਂ ਮੋਹਰਾਂ ਸਿੰਘਾਂ ਨੇ ਅੰਦਰ ਨਾ ਨਿਗਲ ਲਈਆਂ ਹੋਣ। ਸ਼ਹੀਦ ਹੋਏ ਸਿੰਘਾਂ ਦੇ ਪੇਟ ਚਾਕ ਕਰ ਕਰਕੇ ਦੇਖਿਆ ਗਿਆ ਪਰ ਕੋਈ ਮੋਹਰ ਨਾ ਮਿਲੀ। 200 ਦੇ ਕਰੀਬ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ। ਜ਼ਕਰੀਆ ਖਾਨ ਨੇ ਫਰਖਸੀਰ ਬਾਦਸ਼ਾਹ ਨੂੰ ਚਿੱਠੀ ਲਿਖੀ, ਕਹਿਣ ਲੱਗੇ ਅਸੀਂ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਹੈ, ਇਸ ਦਾ ਕੀ ਕੀਤਾ ਜਾਏ? ਇਹਨੂੰ ਹੁਣੇ ਕਤਲ ਕਰ ਦਿੱਤਾ ਜਾਏ ਜਾਂ ਲਾਹੌਰ ਲਿਜਾ ਕੇ ਕਤਲ ਕੀਤਾ ਜਾਏ ਜਾਂ ਦਿੱਲੀ ਲਿਆਂਦਾ ਜਾਏ। ਕਹਿੰਦੇ ਉਸ ਵੇਲੇ ਫਰਖਸੀਰ ਬਾਦਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਲੈ ਕੇ ਆਉਣ ਦਾ ਹੁਕਮ ਕੀਤਾ। ਕਹਿੰਦੇ ਜਦੋਂ ਮੀਰ ਕਮਰੂਦੀਨ ਆਤਸ਼ ਉਸ ਨੇ ਵੇਖਿਆ ਕਿ 8 ਮਹੀਨੇ ਲਗਾਤਾਰ ਘੇਰਾ ਪਾ ਕੇ ਰੱਖਿਆ ਤੇ 60,000 ਦੇ ਕਰੀਬ ਮੁਗਲ ਫੌਜ ਤੇ ਪਹਾੜੀ ਰਾਜਿਆਂ ਦੀਆਂ ਹਿੰਦੂ ਫੌਜਾਂ ਨੇ ਜਦੋਂ ਜਹਿਦ ਕੀਤੀ ਤੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੀ ਗਿਣਤੀ ਕੇਵਲ 200 ਹੈ। ਕਹਿਣ ਲੱਗੇ ਬਾਦਸ਼ਾਹ ਦੇ ਕੋਲੋਂ ਲਾਹਣਤਾਂ ਪੈਣਗੀਆਂ ਸਾਨੂੰ, ਇਸ ਕਰਕੇ ਫਰਮਾਨ ਜਾਰੀ ਕਰੋ ਸਿੱਖਾਂ ਦੇ ਸਿਰਾਂ ਦੇ ਕਤਲ ਕੀਤੇ ਜਾਣ, ਇਹ ਗਿਣਤੀ ਵਿੱਚ ਵਾਧਾ ਕਰੀਏ। ਕਹਿੰਦੇ ਉਸੇ ਸਮੇਂ ਇਹ ਫਰਮਾਨ ਜਾਰੀ ਕੀਤਾ, ਨਾਨਕ ਪ੍ਰਸਤਾਂ ਬਾ ਬਿਆੰਦ ਬਾ ਕਤਲ ਰਸਾਨਦ। ਕਹਿਣ ਲੱਗੇ ਜਿੱਥੇ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ ਕੋਈ ਵੀ ਮਿਲਦਾ ਏ ਉਹਦਾ ਸਿਰ ਕਤਲ ਕਰਕੇ ਲਿਆਂਦਾ ਜਾਏ। ਤੇ ਸਾਧ ਸੰਗਤ ਸ਼ਰੇਆਮ ਉੱਥੇ ਸਿੱਖਾਂ ਦਾ ਫਿਰ ਸ਼ਿਕਾਰ ਖੇਡਿਆ ਗਿਆ। ਗੁਰੂ ਨਾਨਕ ਨੂੰ ਮੰਨਣ ਵਾਲੇ ਸਿੱਖਾਂ ਨੂੰ ਫੜ ਫੜ ਕੇ ਕਤਲ ਕੀਤਾ ਗਿਆ। ਇੰਨੀ ਜ਼ਿਆਦਾ ਕਤਲੋਗਾਰਤ ਹੋਈ ਕਿ 700 ਗੱਡਾ ਉਹਨਾਂ ਸ਼ਹੀਦ ਹੋਏ ਕਤਲ ਹੋਏ ਸਿੰਘਾਂ ਦਾ ਭਰਿਆ ਗਿਆ। 2000 ਦੇ ਕਰੀਬ ਕਤਲ ਕੀਤੇ ਗਏ ਸਿੰਘਾਂ ਦੇ ਸਿਰ ਜਿਹੜੇ ਸੀ ਨੇਜਿਆਂ ਦੇ ਉੱਪਰ ਟੰਗ ਲਏ ਗਏ। 700 ਗੱਡਾ ਸਿੰਘਾਂ ਦੇ ਸਿਰਾਂ ਤੇ ਧੜਾਂ ਦਾ ਭਰਿਆ ਗਿਆ। 2000 ਦੇ ਕਰੀਬ ਸਿੰਘਾਂ ਦੇ ਸਿਰ ਨੇਜਿਆਂ ਤੇ ਟੰਗੇ ਗਏ ਤੇ 740 ਦੇ ਕਰੀਬ ਜਿਹੜੇ ਜਿਉਂਦੇ ਸਿੱਖ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਜਿਹੜਾ ਜਲੂਸ ਬਣ ਕੇ ਜਾ ਰਿਹਾ ਸੀ ਨਾ, ਜਦੋਂ ਸਰਹੰਦ ਦੀ ਧਰਤੀ ਤੇ ਪਹੁੰਚਿਆ ਤੇ ਉਸ ਵੇਲੇ ਇਸ ਤਰ੍ਹਾਂ ਦਾ ਨਜ਼ਾਰਾ ਪੇਸ਼ ਕੀਤਾ ਜਾ ਰਿਹਾ ਸੀ। ਇਸ ਜਲੂਸ ਦੇ ਅੰਦਰ ਸਭ ਤੋਂ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਹਾਥੀ ਦੇ ਉੱਪਰ ਪਿੰਜਰੇ ਦੇ ਵਿੱਚ ਕੈਦ ਕਰਕੇ ਬਿਠਾਇਆ ਹੋਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਚੜਾਉਣ ਵਾਸਤੇ, ਦੁਨੀਆ ਨੂੰ ਇਹ ਦਿਖਾਉਣ ਵਾਸਤੇ ਕਿ ਅਸੀਂ ਸਿੱਖਾਂ ਦਾ ਬਾਦਸ਼ਾਹ ਫੜ ਲਿਆ ਏ, ਇੱਕ ਕੀਮਤੀ ਚੋਲਾ ਪਵਾਇਆ ਗਿਆ। ਸਿਰ ਦੇ ਉੱਪਰ ਤਿੱਲੇ ਜੜੀ ਦਸਤਾਰ ਜਿਹੜੀ ਹੈ ਉਹ ਬੰਨੀ ਗਈ।
ਗਲ ਦੇ ਵਿੱਚ ਮਾਲਾ ਪਾਈਆਂ ਗਈਆਂ ਤੇ ਬਾਕੀ ਜਿਹੜੇ 26 ਦੇ ਕਰੀਬ ਜਰਨੈਲ ਸਨ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ, ਉਹਨਾਂ ਨੂੰ ਵੀ ਇਸੇ ਤਰ੍ਹਾਂ ਤਿਆਰ ਕੀਤਾ ਗਿਆ। ਜਿੰਨੇ ਬਾਕੀ ਸਿੱਖ ਫੜੇ ਸਨ ਉਹਨਾਂ ਦੇ ਸਿਰਾਂ ਦੇ ਉੱਪਰ ਵੀ ਭੇਡ ਦੀ ਖੱਲ ਤੋਂ ਬਣੀਆਂ ਟੋਪੀਆਂ ਪਵਾ ਦਿੱਤੀਆਂ ਗਈਆਂ, ਉਹਨਾਂ ਦੇ ਮੂੰਹ ਕਾਲੇ ਕਰ ਦਿੱਤੇ ਗਏ। ਇਸ ਤਰ੍ਹਾਂ ਬਹੁਤ ਜ਼ਿਆਦਾ ਤਸ਼ੱਦਦ ਸਿੰਘਾਂ ਦੇ ਉੱਪਰ ਢਾਇਆ ਗਿਆ। ਸਭ ਤੋਂ ਅੱਗੇ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੈ ਕੇ ਜਾਇਆ ਜਾ ਰਿਹਾ ਹੈ। ਉਹਦੇ ਪਿੱਛੇ 700 ਸਿੰਘ ਘੋੜਿਆਂ ਤੇ ਜਿਹੜੇ ਬੰਨੇ ਸਨ, ਊਠਾਂ ਤੇ ਬੰਨੇ ਸਨ, ਉਹ ਲੈ ਕੇ ਜਾਏ ਜਾ ਰਹੇ ਨੇ। ਉਹਦੇ ਪਿੱਛੇ 700 ਗੱਡਾ ਭਰਿਆ ਸਿੰਘਾਂ ਦੇ ਸਿਰਾਂ ਤੇ ਧੜਾਂ ਦਾ, ਉਹ ਤੋਰਿਆ ਗਿਆ। ਪਿੱਛੇ ਨੇਜਿਆਂ ਤੇ ਸਿੰਘਾਂ ਦੇ ਸਿਰ ਟੰਗ ਕੇ ਫੌਜ ਤੁਰੀ ਜਾ ਰਹੀ ਹੈ। ਇਸ ਜਲੂਸ ਦੇ ਅੰਦਰ ਇੱਕ ਵਾਂਸ ਦੇ ਉੱਪਰ ਮਰੀ ਹੋਈ ਬਿੱਲੀ ਵੀ ਜਿਹੜੀ ਹੈ ਉਹ ਵੀ ਟੰਗੀ ਗਈ, ਜਿਹੜੀ ਇਸ ਗੱਲ ਦਾ ਸੂਚਕ ਸੀ ਕਿ ਗੁਰਦਾਸ ਨੰਗਲ ਦੀ ਗੜੀ ਦੇ ਅੰਦਰ ਅਸੀਂ ਕੋਈ ਵੀ ਜਿਉਂਦਾ ਸਿੱਖ ਨਹੀਂ ਛੱਡਿਆ। ਸਿੱਖ ਤੇ ਛੱਡੋ, ਉੱਥੇ ਕੋਈ ਬਿੱਲੀ ਵੀ ਨਹੀਂ ਜਿਉਂਦੀ ਬਚੀ। ਸੋ ਇਹ ਸਾਰਾ ਜਲੂਸ ਜਿਹੜਾ ਹੈ ਦਿੱਲੀ ਦੀ ਧਰਤੀ ਤੇ ਪਹੁੰਚਿਆ। ਜਦੋਂ ਫਰਖਸੀਰ ਬਾਦਸ਼ਾਹ ਦੇ ਸਾਹਮਣੇ ਲਾਲ ਕਿਲੇ ਦੇ ਇਹ ਸਾਰਾ ਕਾਫਲਾ ਪਹੁੰਚਿਆ ਤੇ ਬਾਦਸ਼ਾਹ ਨੇ ਹੁਕਮ ਦਿੱਤਾ, ਕਹਿਣ ਲੱਗੇ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਨੂੰ, ਇਹਦੀ ਪਤਨੀ, ਇਹਦੇ ਬੱਚੇ ਨੂੰ ਸਲੀਮਗੜ੍ਹ ਦੇ ਕਿਲੇ ਵਿੱਚ ਕੈਦ ਕੀਤਾ ਜਾਏ ਤੇ ਬਾਕੀਆਂ ਨੂੰ ਕੋਤਵਾਲੀ ਲਿਜਾ ਕੇ ਹਰ ਰੋਜ਼ ਕਤਲ ਕਰਨਾ ਸ਼ੁਰੂ ਕਰ ਦਿਓ। ਕਹਿਣ ਲੱਗੇ ਕੋਤਵਾਲੀ, ਜਿੱਥੇ ਦਿੱਲੀ ਦੀ ਅੱਜ ਪਬਲਿਕ ਲਾਇਬ੍ਰੇਰੀ ਬਣੀ ਹੋਈ ਹੈ, ਇਸ ਥਾਂ ਦੇ ਉੱਪਰ ਸਿੰਘਾਂ ਨੂੰ ਰੋਜ਼ ਕਤਲ ਕੀਤਾ ਜਾਣ ਲੱਗਾ। ਕਹਿੰਦੇ ਪਹਿਲਾ ਦਿਨ ਸੀ, ਕਾਜ਼ੀ ਹੱਥ ਵਿੱਚ ਕੁਰਾਨ ਸ਼ਰੀਫ ਲੈ ਕੇ ਆਇਆ, ਜਲਾਦ ਹੱਥ ਵਿੱਚ ਤਲਵਾਰ ਲੈ ਕੇ ਆਇਆ। ਕਹਿਣ ਲੱਗੇ ਸਿੱਖੋ, ਜੇ ਤੁਸੀਂ ਜਾਨ ਬਚਾਉਣੀ ਹੈ ਤਾਂ ਇੱਕ ਪਾਸੇ ਕੁਰਾਨ ਹੈ, ਜੇ ਤੁਸੀਂ ਕੁਰਾਨ ਵਾਲੇ ਪਾਸੇ ਜਾਓਗੇ, ਕਹਿਣ ਲੱਗੇ ਮੁਸਲਮਾਨ ਹੋਣਾ ਮੰਨੋਗੇ ਤੇ ਤੁਹਾਡੀ ਜਾਨ ਬਚ ਸਕਦੀ। ਇੱਕ ਪਾਸੇ ਜਲਾਦ ਕਿਰਪਾਨ ਲੈ ਕੇ ਖੜਾ ਹੋਇਆ। ਕਹਿਣ ਲੱਗੇ ਪਹਿਲੇ ਸਿੱਖ ਨੂੰ ਪੁੱਛਿਆ, ਤੂੰ ਕੁਰਾਨ ਵਾਲੇ ਪਾਸੇ ਜਾਣਾ ਕਿ ਕਿਰਪਾਨ ਵਾਲੇ ਪਾਸੇ? ਤੇ ਸਿੱਖ ਨੇ ਕਿਰਪਾਨ ਵਾਲੇ ਪਾਸੇ ਜਾਣਾ ਮੰਨਿਆ। ਕਹਿੰਦੇ ਦੂਜੇ ਸਿੱਖ ਨੂੰ ਫਿਰ ਪੁੱਛਿਆ ਗਿਆ, ਉਹ ਵੀ ਕਿਰਪਾਨ ਵਾਲੇ ਪਾਸੇ ਗਿਆ। ਕਹਿੰਦੇ ਜਦੋਂ ਸਿੰਘ ਕਿਰਪਾਨ ਵਾਲੇ ਪਾਸੇ ਜਲਾਦ ਦੇ ਕੋਲ ਜਾਂਦੇ ਨੇ ਤੇ ਜਲਾਦ ਸਿਰ ਧੜ ਤੋਂ ਅਲੱਗ ਕਰ ਦਿੰਦਾ। ਕਹਿੰਦੇ 5 ਸਿੰਘਾਂ ਨੂੰ ਇਸ ਤਰ੍ਹਾਂ ਜਦੋਂ ਸ਼ਹੀਦ ਕੀਤਾ ਗਿਆ ਤੇ ਵਾਰੀ-ਵਾਰੀ ਪੁੱਛਿਆ ਗਿਆ। ਉੱਥੇ ਇੱਕ ਸਿੱਖ ਨੇ ਹੱਥ ਖੜਾ ਕਰ ਦਿੱਤਾ। ਕਹਿਣ ਲੱਗੇ ਕਾਜੀ ਸਾਹਿਬ, ਮੈਂ ਇੱਕ ਗੱਲ ਕਰਨੀ ਚਾਹੁੰਦਾ ਹਾਂ। ਤੇ ਕਾਜੀ ਨੇ ਸੋਚਿਆ ਕਿ ਇਹ ਤੇ ਜਾਣ ਦੀ ਭੀਖ ਮੰਗੇਗਾ। ਕਹਿਣ ਲੱਗੇ ਦੱਸੋ। ਕਹਿਣ ਲੱਗੇ ਤੁਹਾਡੇ ਹੱਥ ਵਿੱਚ ਮੁਕੱਦਸ ਕੁਰਾਨ ਹੈ, ਤੁਸੀਂ ਇਸ ਦੀ ਕਸਮ ਚੁੱਕੋ ਕਿ ਜੋ ਮੈਂ ਆਖਾਂਗਾ ਤੁਸੀਂ ਮੰਨ ਲਓਗੇ। ਕਾਜ਼ੀ ਨੇ ਆਖਿਆ ਠੀਕ ਹੈ, ਮੈਨੂੰ ਕੁਰਾਨ ਦੀ ਕਸਮ ਲੱਗੇ ਜੋ ਤੂੰ ਕਹੇਗਾ ਮੈਂ ਮੰਨਾਂਗਾ। ਕਹਿੰਦਾ ਮੇਰੀ ਇੱਕੋ ਬੇਨਤੀ ਹੈ ਕਿ ਵਾਰੀ-ਵਾਰੀ ਤੁਸੀਂ ਪੁੱਛਦੇ ਹੋ ਕਿ ਕੁਰਾਨ ਵਾਲੇ ਪਾਸੇ ਜਾਣਾ ਕਿ ਕਿਰਪਾਨ ਵਾਲੇ ਪਾਸੇ ਜਾਣਾ। ਕਹਿੰਦੇ ਇਉਂ ਵਕਤ ਜਾਇਆ ਨਾ ਕਰੋ। ਮੈਂ ਤੁਹਾਨੂੰ ਇਸ ਗੱਲ ਦਾ ਨਿਸ਼ਚਾ ਦਿਵਾਉਣਾ ਹਾਂ ਕਿ ਜਿੰਨੇ ਵੀ ਸਿੰਘ ਨੇ ਸਾਰੇ ਕਿਰਪਾਨ ਵਾਲੇ ਪਾਸੇ ਜਾਣਗੇ, ਕੁਰਾਨ ਵਾਲੇ ਪਾਸੇ ਜਾਣ ਵਾਲਾ ਕੋਈ ਨਹੀਂ। ਭਾਵ ਸਾਰੇ ਸ਼ਹਾਦਤ ਦਾ ਜਾਮ ਪੀਣਗੇ, ਕੋਈ ਵੀ ਮੁਸਲਮਾਨ ਨਹੀਂ ਬਣਨਾ ਚਾਹੇਗਾ। ਕਹਿੰਦੇ ਇੱਕ ਵੇਰਾ ਉਸ ਕਾਜ਼ੀ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਕਹਿੰਦੇ ਸਾਰੇ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਕਹਿੰਦੇ ਅਗਲੇ ਦਿਨ ਫਰਖਸੀਰ ਬਾਦਸ਼ਾਹ ਦੇ ਕਹਿਣ ਤੇ ਸਲੀਮਗੜ੍ਹ ਦੇ ਕਿਲੇ ਦੇ ਅੰਦਰ ਮੀਰ ਕਮਰੂਦੀਨ ਆਤਸ਼ ਫਰਖਸੀਰ ਬਾਦਸ਼ਾਹ ਤੇ ਉਸ ਸਮੇਂ ਸਰਬਰਾ ਖਾਂ, ਅਮੀਨ ਖਾਂ ਸਾਰੇ ਪਹੁੰਚੇ ਨੇ। ਜਾ ਕੇ ਕਹਿਣ ਲੱਗੇ ਬੰਦਾ ਸਿੰਘ ਨੂੰ, ਕਹਿੰਦੇ ਤੁਹਾਡੇ ਸਾਰੇ ਸਾਥੀ ਅਸੀਂ ਮਾਰ ਦਿੱਤੇ ਨੇ, ਹੁਣ ਤੁਹਾਡੀ ਵਾਰੀ ਹੈ ਤੇ ਤੁਹਾਡੇ ਕੋਲ ਇੱਕ ਦਿਨ ਬਾਕੀ ਬਚਿਆ ਏ, ਇਸ ਕਰਕੇ ਤੁਸੀਂ ਦੀਨ ਇਸਲਾਮ ਕਬੂਲ ਕਰ ਲਓ। ਤੇ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਦੀ ਗੱਲ ਦਾ ਜਵਾਬ ਦੇਣ ਦੀ ਥਾਂ ਇੱਕ ਸਵਾਲ ਇਹਨਾਂ ਤੇ ਕੀਤਾ। ਕਹਿਣ ਲੱਗੇ ਪਹਿਲਾਂ ਇਹ ਦੱਸੋ, ਜਿੰਨੇ ਸਿੰਘ ਤੁਸੀਂ ਸ਼ਹੀਦ ਕੀਤੇ ਉਹਨਾਂ ਵਿੱਚੋਂ ਕਿਸੇ ਨੇ ਇਸਲਾਮ ਕਬੂਲ ਕੀਤਾ? ਜਦੋਂ ਇਹ ਗੱਲ ਸੁਣੀ, ਮੀਰ ਕਮਰੂਦੀਨ ਆਤਸ਼
हैरान हो गया गल सुन के, कहन लगा उन्हां विचों किसे ने भी इस्लाम कबूल नहीं कीता। ते बाबा बंदा सिंह बहादुर कहन लगे फिर ये सवाल तुहानूं इत्थे आके करन दी लोड़ नहीं सी। जे मेरे सिपाहियां ने इस्लाम कबूल नहीं कीता ते मैं वो जरनैल हाँ जिसनूं कलगीधर ने आप थापड़ा दे के तोरिया सी, मैं इस्लाम किवें कबूल कर लंगा? तुसीं गल सोच भी किवें लई? कहंदे बहुत ज़्यादा हैरान ते परेशान होए गल सुन के। आखिर इन्हां नूं खवाजा काकी बख्तियार दी दरगाह दे कोल जिथे कुतुबदीन है इत्थे लिआंदा गया। इत्थे ही बहादुर शाह नूं दफन किया गया सी। ਉਹਦੀ ਸਮਾਧ ਇੱਥੇ ਬਣੀ ਹੈ। ਇੱਥੇ ਲਿਆ ਕੇ ਸ਼ਹੀਦ ਕਰਨ ਦਾ ਕਾਰਨ ਕੀ ਸੀ? ਕਿਉਂਕਿ ਜਦੋਂ ਬਹਾਦਰ ਸ਼ਾਹ ਜਿਉਂਦਾ ਸੀ ਉਹਦੇ ਮਨ ਵਿੱਚ ਇੰਨਾ ਡਰ ਖੌਫ ਪੈਦਾ ਹੋ ਗਿਆ ਸੀ, ਉਹਨੇ ਆਰਡਰ ਕੀਤੇ ਸਨ ਕਿ ਸਾਰੇ ਸ਼ਹਿਰ ਦੇ ਵਿੱਚੋਂ ਫਕੀਰਾਂ ਨੂੰ ਫੜ ਕੇ ਬਾਹਰ ਕੱਢ ਦਿਓ। ਇਹਨਾਂ ਦੇ ਮੁਖ ਤੇ ਦਾੜੀ ਵੇਖ ਕੇ ਮੈਨੂੰ ਸਿੱਖਾਂ ਦਾ ਚੇਤਾ ਆਉਂਦਾ, ਡਰ ਜਾਂਦਾ ਸੀ ਬਹਾਦਰ ਸ਼ਾਹ। ਕਹਿਣ ਲੱਗੇ ਸਾਰੇ ਜਿਹੜੇ ਗਧੇ ਹਨ ਇਹਨਾਂ ਨੂੰ ਫੜ ਕੇ ਸ਼ਹਿਰੋਂ ਬਾਹਰ ਕੱਢ ਕੇ ਕਤਲ ਕਰ ਦਿਓ। ਇਹ ਜਦੋਂ ਰਾਤ ਨੂੰ ਭੱਜਦੇ ਨੇ ਤੇ ਮੈਨੂੰ ਭੈ ਆਉਂਦਾ ਕਿਤੇ ਸਿੱਖ ਆ ਗਏ ਨੇ। ਸ਼ਹਿਰ ਦੇ ਸਾਰੇ ਕੁੱਤੇ ਫੜ ਕੇ ਮਾਰ ਦਿਓ। ਕੁੱਤੇ ਰਾਤ ਨੂੰ ਭੌਂਕਦੇ ਤੇ ਮੈਨੂੰ ਇਹ ਭੈ ਆਉਂਦਾ ਕਿਤੇ ਬੰਦਾ ਸਿੰਘ ਬਹਾਦਰ ਨਾ ਆ ਗਿਆ ਹੋਵੇ। ਕਹਿਣ ਲੱਗੇ ਇੰਨਾ ਭੈ ਭੀਤ ਹੋ ਕੇ ਡਰ ਕੇ ਦੁਖੀ ਹੋ ਕੇ ਮਰਿਆ ਸੀ ਬਹਾਦਰ ਸ਼ਾਹ। ਇਸ ਕਰਕੇ ਇਸਲਾਮ ਦੀ ਮਨੌਤ ਹੈ ਕਿ ਜੇਕਰ ਬੰਦਾ ਸਿੰਘ ਬਹਾਦਰ ਨੂੰ ਬਹਾਦਰ ਸ਼ਾਹ ਦੀ ਜਿੱਥੇ ਸਮਾਧੀ ਬਣੀ ਉੱਥੇ ਲਿਆ ਕੇ ਸ਼ਹੀਦ ਕਰਾਂਗੇ ਤਾਂ ਉਹਦੀ ਆਤਮਾ ਨੂੰ ਸ਼ਾਂਤੀ ਮਿਲੇਗੀ, ਉਹਦਾ ਡਰ ਜਿਹੜਾ ਖਤਮ ਹੋਏਗਾ। ਇਸ ਗੱਲ ਕਰਕੇ ਇੱਥੇ ਲਿਆ ਕੇ ਜਿਹੜਾ ਉਹਨਾਂ ਨੂੰ ਸ਼ਹੀਦ ਕਰ ਦੇਣ ਦਾ ਹੁਕਮ ਹੋਇਆ। ਕਹਿੰਦੇ ਫਰਖਸੀਰ ਬਾਦਸ਼ਾਹ ਸਰਬਰਾ ਖਾਂ ਬੈਠੇ ਨੇ ਤੇ ਬਾਬਾ ਬੰਦਾ ਸਿੰਘ ਦੇ ਜਰਨੈਲਾਂ ਨੂੰ ਪੇਸ਼ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਬੜੇ ਤਕੜੇ ਯੋਧੇ ਜਰਨੈਲ ਸਨ। ਇਹਨਾਂ ਵਿੱਚੋਂ ਇੱਕ ਦਾ ਨਾਮ ਸੀ ਭਾਈ ਬਾਜ ਸਿੰਘ, ਜਿਨ੍ਹਾਂ ਨੇ ਬਹੁਤ ਵੱਡੀਆਂ ਜੰਗਾਂ ਲੜੀਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਅੰਮ੍ਰਿਤ ਪਾਨ ਕੀਤਾ ਸੀ। ਇਹ ਸਿੱਖ ਨੰਦੇੜ ਤੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆਏ ਸਨ ਤੇ ਕਹਿਣ ਲੱਗੇ ਤੁਹਾਡੇ ਚੋਂ ਬਾਜ ਸਿੰਘ ਕਿਹੜਾ ਹੈ? ਤੇ ਭਾਈ ਬਾਜ ਸਿੰਘ ਨੇ ਆਖਿਆ ਮੇਰਾ ਨਾਮ ਬਾਜ ਸਿੰਘ ਹੈ। ਆਖਿਆ ਤੇਰੇ ਬਹਾਦਰੀ ਦੇ ਬੜੇ ਕਾਰਨਾਮੇ ਸੁਣੇ ਨੇ, ਪਰ ਅੱਜ ਤੇਰੀ ਬਹਾਦਰੀ ਕਿੱਥੇ ਹੈ? ਕਹਿਣ ਲੱਗੇ ਬਹਾਦਰੀ ਤੇ ਅੱਜ ਵੀ ਉਵੇਂ ਹੀ ਕਾਇਮ ਹੈ, ਪਰ ਅਫਸੋਸ ਕਿ 8 ਮਹੀਨੇ ਹੋ ਗਏ ਤੇਰੀ ਕੈਦ ਵਿੱਚ ਬੈਠਿਆ ਹੋਇਆਂ। ਬਹੁਤ ਜ਼ਿਆਦਾ ਮੁਸ਼ਕਲ ਹਾਲਾਤਾਂ ਦੇ ਵਿੱਚ ਗੁਜ਼ਾਰਾ ਕੀਤਾ, ਪ੍ਰਸ਼ਾਦਾ ਵੀ ਛਕਣ ਨੂੰ ਨਹੀਂ ਮਿਲਿਆ। ਅੱਧਾ ਪਿਆਲਾ ਪਾਣੀ ਦਾ ਪੀ ਕੇ ਗੁਜ਼ਾਰਾ ਕੀਤਾ। ਅੱਜ ਹੱਥਾਂ ਵਿੱਚ ਹੱਥ ਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਪਾਈਆਂ ਨੇ, ਪਰ ਫਿਰ ਵੀ ਤੂੰ ਮਤਾ ਜਾਣੀ ਕਿ ਬਾਜ ਸਿੰਘ ਦੀ ਕਿਤੇ ਬਹਾਦਰੀ ਖਤਮ ਹੋ ਗਈ ਹੈ। ਕਹਿਣ ਲੱਗੇ ਜੇ ਬਹਾਦਰੀ ਪਰਖਣੀ ਹੈ ਤਾਂ ਇੱਕ ਹੱਥ ਦੀ ਹੱਥ ਕੜੀ ਜਾਂ ਇੱਕ ਪੈਰ ਦੀ ਬੇੜੀ ਖੋਲ। ਕਹਿੰਦੇ ਬਾਦਸ਼ਾਹ ਨੂੰ ਜਦੋਂ ਚੈਲੰਜ ਕੀਤਾ ਤੇ ਬਾਦਸ਼ਾਹ ਨੇ ਆਪਣੇ ਇੱਕ ਸਿਪਾਹੀ ਨੂੰ ਹੁਕਮ ਦਿੱਤਾ ਕਿ ਬਾਜ ਸਿੰਘ ਦੀ ਇੱਕ ਹੱਥ ਕੜੀ ਖੋਲੀ ਜਾਏ। ਕਹਿਣ ਲੱਗੇ ਜਦੋਂ ਸਿਪਾਹੀ ਬਾਜ ਸਿੰਘ ਦੇ ਨੇੜੇ ਹੋਇਆ ਤੇ ਬਾਜ ਸਿੰਘ ਨੇ ਝਪੱਟਾ ਮਾਰ ਕੇ ਉਸ ਸਿਪਾਹੀ ਦੀ ਜਿਹੜੀ ਸ਼ਮਸ਼ੀਰ ਸੀ ਉਹ ਮਿਆਨ ਦੇ ਵਿੱਚੋਂ ਕੱਢ ਲਈ। ਕੱਢ ਕੇ ਪਹਿਲਾ ਵਾਰ ਉਸ ਸਿਪਾਹੀ ਤੇ ਕੀਤਾ। ਉਹਦਾ ਸਿਰ ਜਿਹੜਾ ਸੀ ਵੱਢਿਆ ਗਿਆ ਤੇ ਉੱਡ ਕੇ ਜਾ ਕੇ ਬਾਦਸ਼ਾਹ ਦੇ ਪੈਰਾਂ ਵਿੱਚ ਡਿੱਗਿਆ ਤੇ ਉੱਥੇ 13 ਸਿੰਘ ਹੋਰ 13 ਜਿਹੜੇ ਸਿਪਾਹੀ ਸਨ ਹੋਰ ਬਾਜ ਸਿੰਘ ਨੇ ਝਟਕਾ ਕੇ ਰੱਖ ਦਿੱਤੇ। ਬਾਦਸ਼ਾਹ ਨੇ ਭੱਜ ਕੇ ਆਪਣੀ ਜਾਨ ਬਚਾਈ। ਬੜੀ ਮੁਸ਼ਕਲ ਦੇ ਨਾਲ ਭਾਈ ਬਾਜ ਸਿੰਘ ਨੂੰ ਕਾਬੂ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ ਇਹਨਾਂ ਯੋਧਿਆਂ ਨੂੰ ਵਾਰੀ-ਵਾਰੀ ਕਤਲ ਕੀਤਾ ਗਿਆ। ਇਹਨਾਂ ਦੇ ਧੜ ਜ਼ਮੀਨ ਤੇ ਪਏ ਹੋਏ ਨੇ, ਖੂਨ ਦੀਆਂ ਨਦੀਆਂ ਵਹਿ ਰਹੀਆਂ ਨੇ। ਸਿਰ ਨੇਜਿਆਂ ਤੇ ਟੰਗੇ ਤੇ ਬਾਬਾ ਬੰਦਾ ਸਿੰਘ ਬਹਾਦਰ ਸਿਰ ਝੁਕਾ ਕੇ ਅੱਖਾਂ ਬੰਦ ਕਰ ਲਈਆਂ। ਬਾਦਸ਼ਾਹ ਕਹਿਣ ਲੱਗਾ ਕਿਉਂ ਬੰਦਾ ਸਿਆ, ਆਪਣੇ ਸਾਥੀਆਂ ਦੀ ਮੌਤ ਵੇਖ ਨਹੀਂ ਸਕਿਆ ਤੂੰ, ਅੱਖਾਂ ਬੰਦ ਕਰ ਲਈਆਂ ਨੇ। ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਵਾਬ ਸੀ
ਕਹਿਣ ਲੱਗੇ ਮੈਂ ਅੱਖਾਂ ਬੰਦ ਇਸ ਕਰਕੇ ਕੀਤੀਆਂ ਨੇ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰਦਾ, ਮਹਾਰਾਜ ਧਰਮ ਯੁੱਧ ਦੇ ਵਿੱਚ ਜਿਹੜੇ ਲੋਕ ਬਾਅਦ ਵੀ ਸ਼ਾਮਲ ਹੋਏ ਸੀ ਤੇਰੀ ਗੋਦ ਵਿੱਚ ਪਹਿਲਾਂ ਪਹੁੰਚ ਗਏ ਨੇ, ਤੇ ਮੈਂ ਤੇਰੀ ਗੋਦ ਵਿੱਚ ਅਜੇ ਤੱਕ ਨਹੀਂ ਪਹੁੰਚਿਆ, ਮੇਰੇ ਤੇ ਵੀ ਕਿਰਪਾ ਕਰ। ਕਹਿੰਦੇ ਆਖਰਕਾਰ ਇੱਕ ਸਵਾਲ ਰੱਖਿਆ ਗਿਆ ਕਿ ਇਸਲਾਮ ਕਬੂਲ ਕਰੋ। ਬਾਬਾ ਬੰਦਾ ਸਿੰਘ ਬਹਾਦਰ ਨੇ ਨਾ ਕਰ ਦਿੱਤੀ। ਆਖਿਆ ਜਿਹੜੇ ਰਸਤੇ ਮੇਰੇ ਸਾਥੀ ਗਏ ਨੇ ਉਸੇ ਰਸਤੇ ਮੈਂ ਜਾਵਾਂਗਾ। ਕਹਿਣ ਲੱਗੇ ਡਰਾਉਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਪੌਣੇ 4 ਸਾਲ ਦਾ ਪੁੱਤਰ ਅਜੈ ਸਿੰਘ ਉਹ ਲਿਆ ਕੇ ਬਾਬਾ ਜੀ ਦੀ ਝੋਲੀ ਵਿੱਚ ਬਿਠਾਇਆ ਗਿਆ। ਇੱਕ ਹੱਥ ਕੜੀ ਖੋਲ ਦਿੱਤੀ। ਅਮੀਨ ਖਾਨ ਨੇ ਇੱਕ ਹੱਥ ਵਿੱਚ ਖੰਜਰ ਫੜਾਇਆ ਬਾਬਾ ਬੰਦਾ ਸਿੰਘ ਬਹਾਦਰ ਦੇ। ਆਖਿਆ ਆਪਣੇ ਪੁੱਤਰ ਦਾ ਕਤਲ ਕਰੋ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਸੀ ਮੇਰੇ ਸਤਿਗੁਰੂ ਨੇ ਹੁਕਮ ਕੀਤਾ ਹੈ ਕਿ ਕਿਸੇ ਮਾਸੂਮ ਤੇ ਨਿਹੱਥੇ ਤੇ ਵਾਰ ਨਹੀਂ ਕਰਨਾ। ਮੇਰੀ ਗੋਦ ਵਿੱਚ ਮੇਰਾ ਪੁੱਤਰ ਬੈਠਾ ਏ। ਤੇ ਬਾਦਸ਼ਾਹ ਨੂੰ ਕਹਿਣ ਲੱਗੇ ਜੇ ਮੇਰੀ ਗੋਦ ਵਿੱਚ ਤੁਹਾਡਾ ਪੁੱਤਰ ਵੀ ਹੁੰਦਾ ਮੈਂ ਉਹਦੇ ਤੇ ਵੀ ਵਾਰ ਨਾ ਕਰਦਾ। ਆਖਰਕਾਰ ਕੋਲ ਖੜੇ ਸਿਪਾਹੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਵਿੱਚੋਂ ਪੌਣੇ 4 ਸਾਲ ਦੇ ਪੁੱਤਰ ਅਜੈ ਸਿੰਘ ਨੂੰ ਧੂ ਲਿਆ, ਜਿਹੜਾ ਤਕਰੀਬਨ 8 ਮਹੀਨੇ ਬਾਅਦ ਆਪਣੇ ਪਿਤਾ ਦੀ ਗੋਦ ਵਿੱਚ ਬੈਠਾ ਸੀ। ਉਸ ਮਾਸੂਮ ਬਾਲਕ ਨੂੰ ਨਹੀਂ ਸੀ ਪਤਾ ਕਿ ਮੇਰੇ ਨਾਲ ਕੀ ਵਾਪਰਨਾ ਹੈ। ਜ਼ਮੀਨ ਤੇ ਲਟਾ ਕੇ ਖੰਜਰ ਦੇ ਨਾਲ ਉਹਦੀ ਛਾਤੀ ਨੂੰ ਚੀਰਿਆ ਗਿਆ। ਉਸ ਬੱਚੇ ਦੀਆਂ ਚੀਕਾਂ ਦੇ ਨਾਲ ਅਸਮਾਨ ਵੀ ਗੂੰਜ ਉੱਠਿਆ। ਕਹਿਣ ਲੱਗੇ ਜਦੋਂ ਛਾਤੀ ਚੀਰ ਕੇ ਦਿਲ ਕੱਢ ਕੇ ਤੜਫਦਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਿਆ ਗਿਆ। ਤੇ ਇਤਿਹਾਸਕਾਰ ਲਿਖਦੇ ਨੇ ਕਹਿੰਦੇ ਬੱਚੇ ਦੇ ਛੋਟੇ ਛੋਟੇ ਟੁਕੜੇ ਕਰਕੇ ਹਾਰ ਬਣਾ ਕੇ ਗਲ ਵਿੱਚ ਪਾ ਦਿੱਤਾ ਗਿਆ। ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਇਹ ਸਾਰਾ ਕੁਝ ਵੇਖ ਕੇ ਮੁਸਕਰਾਏ। ਤੇ ਬਾਦਸ਼ਾਹ ਕਹਿਣ ਲੱਗਾ ਬੰਦਾ ਸਿੰਘ ਤੂੰ ਮੁਸਕਰਾ ਰਿਹਾ ਹੈ, ਪੁੱਤਰ ਦੀ ਮੌਤ ਵੇਖੀ ਨਹੀਂ ਗਈ ਤੇਰੇ ਕੋਲੋਂ, ਲੱਗਦਾ ਤੂੰ ਦਿਮਾਗੀ ਤਵਾਜ਼ਨ ਗਵਾ ਬੈਠਾ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਸੀ ਮੈਂ ਤੇ ਕਲਗੀਧਰ ਪਾਤਸ਼ਾਹ ਦਾ ਸ਼ੁਕਰਾਨਾ ਕਰਦਾ ਹਾਂ ਜਿਸ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਤੇ 4 ਪੁੱਤਰ ਉਹਨੇ ਸਾਡੀ ਝੋਲੀ ਵਿੱਚ ਪਾਏ ਸਨ। ਆਪਣਾ ਸਰਵੰਸ ਉਹਨੇ ਕੁਰਬਾਨ ਕੀਤਾ ਸੀ। ਤੇ ਮੈਂ ਤੇ ਸ਼ੁਕਰਾਨਾ ਕਰਦਾ ਕਲਗੀਧਰ ਪਾਤਸ਼ਾਹ ਦਾ। ਮੈਂ ਅੱਜ ਆਪਣੇ ਪੁੱਤਰ ਦਾ ਸੀਸ ਆਪਣੀ ਗੋਦੀ ਵਿੱਚ ਰੱਖ ਕੇ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਜਾਣਾ ਹੈ। ਮੈਂ ਤੇ ਸੁਰਖਰੂ ਹੋ ਗਿਆ, ਮੈਂ ਤੇ ਸ਼ੁਕਰ ਕਰਦਾ ਮਹਾਰਾਜ ਦਾ। ਕਹਿਣ ਲੱਗੇ ਇਸ ਘਟਨਾ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੁੱਛਿਆ ਗਿਆ ਕਿ ਤੂੰ ਕਿਹੋ ਜੀ ਮੌਤ ਪ੍ਰਵਾਨ ਕਰੇਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਮੇਰੇ ਤੇ ਜਿੰਨੀ ਸਖਤੀ ਹੋ ਸਕਦੀ ਕਰੋ, ਕਿਉਂਕਿ ਮੈਂ ਆਪਣੇ ਸਬਰ ਦੀ ਪਰਖ ਕਰਨੀ ਚਾਹੁੰਦਾ, ਤੁਸੀਂ ਆਪਣੇ ਜ਼ਬਰ ਦੀ ਪਰਖ ਕਰੋ। ਜਿੰਨਾ ਜ਼ਬਰ ਹੁੰਦਾ ਢਾਓ ਤਾਂ ਕਿ ਮੈਨੂੰ ਮਾਣ ਮਹਿਸੂਸ ਹੋਵੇ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹਾਂ ਤੇ ਕਿਸੇ ਵੀ ਮੁਸ਼ਕਲ ਨੂੰ ਵੇਖ ਕੇ ਝੁਕਿਆ ਨਹੀਂ। ਮੈਂ ਇਹ ਸਬਕ ਪੜਿਆ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ, ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਬਾਬਾ ਬੰਦਾ ਸਿੰਘ ਬਹਾਦਰ ਦੀ ਇੱਕ ਅੱਖ ਕੱਢੀ ਗਈ, ਫਿਰ ਇੱਕ ਹੱਥ ਵੱਢ ਦਿੱਤਾ ਗਿਆ, ਫਿਰ ਇੱਕ ਪੈਰ ਵੱਢਿਆ ਗਿਆ। ਇਸੇ ਤਰ੍ਹਾਂ ਫਿਰ ਮਾਸ ਨੂੰ ਗਰਮ ਜੰਬੂਰਾਂ ਦੇ ਨਾਲ ਨੋਚ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਵੱਢੇ ਗਏ, ਪੈਰ ਵੱਢੇ ਗਏ, ਜੀਭ ਤੱਕ ਵੱਢ ਦਿੱਤੀ, ਅੱਖਾਂ ਕੱਢ ਦਿੱਤੀਆਂ। ਫਿਰ ਸਿਰ ਦੇ ਵਿੱਚ ਹਥੌੜੇ ਮਾਰੇ ਗਏ ਅਤੇ ਇਸ ਦਿੱਲੀ ਦੀ ਧਰਤੀ ਤੇ ਮਹਿਰੌਲੀ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਅੱਜ ਦੇ ਦਿਹਾੜੇ ਸਨ 1716 ਨੂੰ ਸ਼ਹਾਦਤ ਦੇ ਜਾਮ ਪੀ ਗਏ ਅਤੇ ਸਾਨੂੰ ਜਾਚ ਦੱਸ ਗਏ ਕਿ ਸਿੱਖੀ ਕਿਵੇਂ ਕਮਾਈ ਜਾਂਦੀ ਹੈ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਦਕ ਨਾ ਜਾਵੇ। ਉਸ ਮਹਾਨ ਸ਼ਹੀਦ ਨੂੰ ਕੋਟ ਕੋਟ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਕੁਰਬਾਨੀ ਦਿੱਤੀ, ਆਪਣਾ ਪੁੱਤਰ ਕੁਰਬਾਨ ਕਰਵਾਇਆ ਅਤੇ ਉਹਨਾਂ ਦੇ ਨਾਲ ਸੈਂਕੜੇ ਹੋਰ
ਸਿੰਘ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਖਾਲਸੇ ਦੇ ਬੋਲ ਬਾਲੇ ਕੀਤੇ। ਤੇ ਸੱਚ ਜਾਣਿਓ, ਅੱਜ ਖਾਲਸੇ ਦੀ ਚੜ੍ਹਦੀ ਕਲਾ ਹੈ, ਖਾਲਸੇ ਦੇ ਬੋਲ ਬਾਲੇ ਨੇ। ਉਹ ਇਸੇ ਕਰਕੇ ਹੈ ਕਿ ਇਹ ਕੁਰਬਾਨੀਆਂ ਦੇ ਸਦਕਾ ਹੀ ਖਾਲਸੇ ਦੀ ਚੜ੍ਹਦੀ ਕਲਾ ਹੋਈ ਹੈ। ਤੋ ਸਾਧ ਸੰਗਤ, ਉਸੇ ਕੌਮ ਦੇ ਬੁਰਜ ਅਟਲ ਰਹਿਣੇ, ਮਾਲਕ ਉਹ ਅਟਾਰੀਆਂ ਵੱਡੀਆਂ ਦੀ, ਫੁੱਲਾਂ ਜੈ ਮਲੂਕੜੇ ਲਾਲ ਜਿਸਦੇ, ਨੀਹਾਂ ਵਿੱਚ ਪਾਉਂਦੇ ਰੋੜੀ ਹੱਡੀਆਂ ਦੀ। ਅੱਜ ਲੋੜ ਹੈ ਅਸੀਂ ਆਪਣੇ ਇਤਿਹਾਸ ਨੂੰ ਪੜ੍ਹੀਏ, ਇਤਿਹਾਸ ਨੂੰ ਵਿਚਾਰੀਏ, ਉਹਨਾਂ ਮਹਾਨ ਯੋਧਿਆਂ ਦੀ ਕੁਰਬਾਨੀ ਤੇ ਮਾਣ ਕਰਨਾ ਸਿੱਖੀਏ, ਜਿਨ੍ਹਾਂ ਨੇ ਸਭ ਕੁਝ ਸਿੱਖੀ ਤੋਂ ਵਾਰ ਦਿੱਤਾ, ਬੰਦ-ਬੰਦ ਕਟਾਏ, ਖੋਪਰੀਆਂ ਲੋਹਾਈਆਂ, ਜਿਹੜੇ ਚਰਖੜੀਆਂ ਤੇ ਚੜ ਗਏ। ਕਿਸੇ ਅਦੀਬ ਦੇ ਬੜੇ ਪਿਆਰੇ ਬੋਲ ਨੇ, ਉਹ ਮੈਂ ਕਹਿ ਕੇ ਸਮਾਪਤੀ ਕਰਾਂ। ਉਹਨੇ ਬੜੇ ਪਿਆਰੇ ਬਚਨ ਲਿਖੇ ਨੇ, ਕਹਿਣ ਲੱਗੇ ਜਿਹੜੀਆਂ ਕੌਮਾਂ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ, ਉਹ ਕੌਮਾਂ ਜ਼ਿਆਦਾ ਦੇਰ ਜਿਉਂਦੀਆਂ ਨਹੀਂ ਰਹਿੰਦੀਆਂ। ਨਾਲ ਮੰਤਰਾਂ ਨਹੀਂ ਮਿਸਾਲ ਬਲਦੀ, ਦੀਵਾ ਤੇਲ ਬਿਨਾ ਹੋ ਜੇ ਗੁੱਲ ਜਾਵੇ, ਦੁੱਲਾ ਦੁੱਧ ਨਾ ਮੁੜ ਕੇ ਪਵੇ ਭਾਂਡੇ, ਜਿਹੜਾ ਇੱਕ ਵਾਰੀ ਭਾਂਡਿਓਂ ਡੁੱਲ ਜਾਵੇ, ਤੀਲਾ ਤੀਲਾ ਹੋ ਜਾਂਦੀ ਕਬੀਲਦਾਰੀ, ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ, ਪਾਰਸ ਮਿਟ ਜਾਂਦੀ ਅੱਖਰ ਗਲਤ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਸੋ ਇਤਿਹਾਸ ਨੂੰ ਪੜ੍ਹੀਏ, ਉਹਨਾਂ ਮਹਾਨ ਯੋਧਿਆਂ ਨੂੰ ਕੁਰਬਾਨੀ ਨੂੰ ਸਜਦਾ ਕਰੀਏ, ਜਿਨ੍ਹਾਂ ਨੇ ਸਿੱਖੀ ਤੋਂ ਸਭ ਕੁਝ ਕੁਰਬਾਨ ਕੀਤਾ। ਸੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮਹਾਨ ਸ਼ਹਾਦਤ ਨੂੰ ਕੋਟ ਕੋਟ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸ਼ਬਦ ਦੀ ਵਿਚਾਰ ਕਰਦੇ ਹਾਂ, ਇਤਿਹਾਸ ਬੋਲਦੇ ਹਾਂ, ਇੱਕ ਨਹੀਂ ਅਨੇਕ ਭੁੱਲਾਂ ਹੋ ਜਾਂਦੀਆਂ ਨੇ। ਸਮਰੱਥ ਸਤਿਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਗੱਜ ਕੇ ਫਤਿਹ।